ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਪਿੰਡ ਮੂਲੋਵਾਲ ਦੇ ਗੁਰਦੁਆਰਾ ਜੋ ਕਿ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਸ ਗੁਰਦੁਆਰੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਖੂਹ ਦਾ ਪਾਣੀ ਮਿੱਠਾ ਕੀਤਾ ਸੀ ਤੇ ਆਪਾਂ ਅੱਜ ਉਸ ਦੇ ਪੂਰੇ ਇਤਿਹਾਸ ਬਾਰੇ ਗੱਲ ਕਰਦੇ ਹਾਂ। ਆਰਾਮ ਵਿਸ਼ਰਾਮ ਕਰਕੇ ਦੂਸਰੇ ਦਿਨ ਗੁਰੂ ਜੀ ਨੇ ਬਕਾਲੇ ਤੋਂ ਤੁਰਨ ਦੀ ਤਿਆਰੀ ਕਰ ਲਈ। ਸਮਾਨ ਗੱਡਿਆਂ ਵਿੱਚ ਲਦਵਾ ਕੇ ਮਾਤਾ ਨਾਨਕੀ ਜੀ ਨੂੰ ਅਤੇ ਆਪਣੇ ਮਹਿਲ ਸ਼੍ਰੀ ਗੁਜਰੀ ਜੀ ਨੂੰ ਰੱਥਾਂ ਵਿੱਚ ਬਿਠਾਲ ਕੇ ਕਿਹਾ, ਤੁਸੀਂ ਬਿਆਸਾ ਦੇ ਕਿਨਾਰੇ ਪਹੁੰਚ ਜਾਓ, ਅਸੀਂ ਤੁਹਾਨੂੰ ਉੱਥੇ ਉਡੀਕਦੇ ਹਾਂ। ਗੁਰੂ ਜੀ ਮੱਖਣ ਸ਼ਾਹ ਦੇ ਨਾਲ ਘੋੜਸਵਾਰ ਹੋ ਕੇ ਬਿਆਸਾ ਦੇ ਕੰਢੇ ਆ ਠਹਿਰੇ। ਕੁਝ ਚਿਰ ਪਿੱਛੋਂ ਪਰਿਵਾਰ ਵੀ ਸਿੱਖ ਸੇਵਕਾਂ ਨਾਲ ਸਮਾਨ ਦੇ ਗੱਡੇ ਲੈ ਕੇ ਪਹੁੰਚ ਗਿਆ। ਇੱਕ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖ ਕੇ ਮਾਤਾ ਜੀ ਨਾਲ ਲੈ ਆਏ। ਜਦ ਗੁਰੂ ਜੀ ਨੇ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਤਾਂ ਮੱਖਣ ਸ਼ਾਹ ਨੂੰ ਕਿਹਾ, ਜਦ ਤੁਸੀਂ ਧੀਰ ਮੱਲ ਨੂੰ ਸਭ ਕੁਝ ਉਸਦੀ ਚੀਜ਼ ਵਸਤ ਮੋੜ ਆਏ ਹੋ ਤਾਂ ਇਹ ਸ਼੍ਰੀ ਗ੍ਰੰਥ ਸਾਹਿਬ ਕਿਉਂ ਨਾਲ ਲੈ ਆਏ ਹੋ? ਮੱਖਣ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਸ਼੍ਰੀ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦੇ ਮਾਲਕ ਪਾਸ ਹੀ ਰਹਿਣਾ ਠੀਕ ਹੈ, ਦੂਸਰੇ ਪਾਸ ਨਹੀਂ ਰਹਿਣਾ ਚਾਹੀਦਾ। ਗੁਰੂ ਜੀ ਬੋਲੇ, ਇਸ ਨੂੰ ਧੀਰਮਲ ਪਾਸ ਹੀ ਰਹਿਣ ਦਿਓ, ਇਸ ਦੀ ਪੂਜਾ ਖਾ ਲੈਣ ਦਿਓ। ਇਸ ਨੂੰ ਹੁਣ ਹੀ ਕਿਸੇ ਸਿੱਖ ਦੇ ਹੱਥ ਕਰਤਾਰਪੁਰ ਧੀਰਮਲ ਪਾਸ ਪਹੁੰਚਾ ਦਿਓ। ਸਿੱਖਾਂ ਨੇ ਕਿਹਾ, ਮਹਾਰਾਜ, ਅਸੀਂ ਤਾਂ ਧੀਰਮਲ ਦੇ ਪਾਸ ਨਹੀਂ ਜਾਣਾ, ਕਿਉਂਕਿ ਉਸਨੇ ਤੁਹਾਡੇ ਨਾਲ ਬਹੁਤ ਵਧੀਕੀਆਂ ਕੀਤੀਆਂ ਹਨ। ਅਸੀਂ ਉਸ ਨੂੰ ਜਾ ਕੇ ਮੱਥਾ ਕਿਉਂ ਟੇਕੀਏ? ਸਿੱਖਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਮੁਸਾਫਰ ਨੂੰ ਬੁਲਾ ਕੇ ਕਿਹਾ, ਧੀਰਮਲ ਨੂੰ ਸਾਡਾ ਸੁਨੇਹਾ ਦੇ ਦੇਣਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਦਰਿਆ ਬਿਆਸਾ ਪਾਸ ਇਮਾਨਤ ਰੱਖ ਚੱਲੇ ਹਾਂ, ਤੁਸੀਂ ਆ ਕੇ ਇੱਥੋਂ ਲੈ ਜਾਓ। ਫਿਰ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੀੜੇ ਸਮੇਤ ਹੀ ਰੁਮਾਲਾਂ ਵਿੱਚ ਚੰਗੀ ਤਰ੍ਹਾਂ ਬੰਨ੍ਹ ਕੇ ਦਰਿਆ ਦੇ ਡੂੰਘੇ ਪਾਣੀ ਵਿੱਚ ਇੱਕ ਪਾਸੇ ਰੱਖ ਦਿੱਤਾ ਅਤੇ ਦਰਿਆ ਨੂੰ ਕਿਹਾ, ਜਦ ਧੀਰਮਲ ਸਾਡਾ ਨਾਮ ਲੈ ਕੇ ਮੰਗੇਗਾ ਤਾਂ ਉਸਨੂੰ ਇਹ ਸਾਡੀ ਅਮਾਨਤ ਦੇ ਦੇਣੀ। ਇਹ ਆਖ ਕੇ ਗੁਰੂ ਜੀ ਬਿਆਸਾ ਤੋਂ ਸਾਰੇ ਵਹੀਰ ਨੂੰ ਲੈ ਕੇ ਨਾਲ ਅੱਗੇ ਨੂੰ ਤੁਰ ਪਏ। ਉੱਧਰ ਜਦ ਰਾਹੀ ਨੇ ਕਰਤਾਰਪੁਰ ਜਾ ਕੇ ਧੀਰਮਲ ਜੀ ਨੂੰ ਦੱਸਿਆ, ਮਹਾਰਾਜ, ਮੈਂ ਆਪ ਜੀ ਦਾ ਇੱਕ ਸੁਨੇਹਾ ਗੁਰੂ ਤੇਗ ਬਹਾਦਰ ਜੀ ਵੱਲੋਂ ਲੈ ਕੇ ਆਇਆ ਹਾਂ। ਉਹਨਾਂ ਨੇ ਕਿਹਾ ਹੈ ਕਿ ਅਸੀਂ ਸ਼੍ਰੀ ਗ੍ਰੰਥ ਸਾਹਿਬ ਜੀ ਪੀੜੇ ਸਮੇਤ ਬਿਆਸਾ ਦਰਿਆ ਵਿੱਚ ਇਮਾਨਤ ਰੱਖ ਚੱਲੇ ਹਾਂ। ਤੁਸੀਂ ਦਰਿਆ ਵਿੱਚੋਂ ਲੈ ਜਾਓ ਤੇ ਆਪਣੇ ਪਾਸ ਅਦਬ ਨਾਲ ਰੱਖਣਾ। ਜਦ ਧੀਰਮਲ ਨੂੰ ਇਹ ਸੁਨੇਹਾ ਮਿਲਿਆ ਤਾਂ ਉਹ ਸੋਚਾਂ ਵਿੱਚ ਪੈ ਗਏ ਕਿ ਮਖੌਲ ਹੈ ਜਾਂ ਸੱਚ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸਾਲਾਂ ਬੱਧੀ ਮਿਹਨਤ ਨਾਲ ਤਿਆਰ ਕੀਤੀ ਹੋਈ ਬੀੜ ਨੂੰ ਪਾਣੀ ਵਿੱਚ ਰੱਖ ਦੇਣਾ, ਕਿ ਉਹ ਕਾਗਜ਼ ਪਾਣੀ ਨਾਲ ਗਲ ਨਹੀਂ ਜਾਣਗੇ? ਤੇ ਜੇਕਰ ਦਰਿਆ ਵਿੱਚ ਨਹੀਂ ਰੱਖ ਗਏ ਤਾਂ ਮੈਨੂੰ ਸੁਨੇਹਾ ਭੇਜਣ ਦੀ ਕੀ ਲੋੜ ਸੀ? ਇਹ ਵਿਚਾਰਾਂ ਉਸਨੂੰ ਸ਼ੀਹੇ ਮਸੰਦ ਨਾਲ ਅਤੇ ਹੋਰ ਆਪਣੇ ਸਲਾਹਕਾਰ ਨਾਲ ਵੀ ਕੀਤੀਆਂ, ਪਰ ਕੋਈ ਵੀ ਪੱਕੀ ਗੱਲ ਨਾ ਦੱਸ ਸਕਿਆ। ਰਾਤ ਨੂੰ ਜਦ ਧੀਰਮਲ ਜੀ ਇਹਨਾਂ ਸੋਚਾਂ ਵਿੱਚ ਸੋ ਗਏ ਤਾਂ ਆਪ ਜੀ ਨੂੰ ਸੁਪਨੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਧੀਰਮਲ, ਤੁਸਾਂ ਗੁਰੂ ਘਰ ਉੱਤੇ ਭਰੋਸਾ ਕਰਕੇ ਸਵੇਰੇ ਜਾ ਕੇ ਬਿਆਸਾ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ, ਪਰ ਇਸ ਨੂੰ ਅਦਬ ਨਾਲ ਰੱਖਣਾ। ਸਵੇਰੇ ਉੱਠ ਕੇ ਧੀਰਮਲ ਜੀ ਨੇ ਇਸ ਸੁਪਨੇ ਉੱਤੇ ਆਪਣੇ ਆਦਮੀਆਂ ਨਾਲ ਵਿਚਾਰ ਕੀਤੀ ਤੇ ਸ਼ੀਹੇ ਮਸੰਦ ਨਾਲ ਕੁਝ ਹੋਰ ਸ਼ਰਧਾਲੂ ਸਿੱਖ ਅਤੇ ਸੁਨੇਹਾ ਦੇਣ ਵਾਲੇ ਰਾਹੀ ਨੂੰ ਨਾਲ ਲੈ ਕੇ ਬਿਆਸਾ ਦੇ ਦੱਸੇ ਹੋਏ ਅਸਥਾਨ ਤੇ ਪਹੁੰਚ ਗਿਆ। ਮੁਸਾਫਰ ਸਿੱਖ ਪਾਸੋਂ ਥਾਂ ਟਿਕਾਣੇ ਦਾ ਪਤਾ ਪੁੱਛ ਕੇ ਧੀਰਮਲ ਨੇ ਦਰਿਆ ਵਿੱਚ ਟੋਭਿਆਂ ਪਾਸੋਂ ਟੁੰਬੀਆਂ ਮਰਵਾਈਆਂ, ਪਰ ਜਦ ਬੀੜ ਨਾ ਮਿਲੀ ਤਾਂ ਧੀਰਮਲ ਨੇ ਸੋਚਿਆ ਕਿ ਮੇਰੇ ਪਾਸੋਂ ਭੁੱਲ ਹੋ ਗਈ ਹੈ, ਮੈਨੂੰ ਗੁਰੂਆਂ ਦੇ ਨਾਮ ਦੀ ਅਰਦਾਸ ਕਰਕੇ ਦਰਿਆ ਪਾਸੋਂ ਅਮਾਨਤ ਮੰਗਣੀ ਚਾਹੀਦੀ ਸੀ। ਇਹ ਸੋਚ ਕੇ ਉਸਨੇ ਕੁਝ ਭੇਟਾ ਲੈ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੱਕ ਜੀ ਦੇ ਨਾਮ ਲੈ ਕੇ ਕਿਹਾ, ਹੇ ਬਿਆਸਾ ਦਰਿਆ, ਸਾਡੀ ਅਮਾਨਤ ਸਾਨੂੰ ਦਿਓ। ਜਦ ਇਸ ਅਰਦਾਸ ਨਾਲ ਵੀ ਟੋਭਿਆਂ ਨੂੰ ਬੀੜ ਹੱਥ ਨਾ ਆਈ ਤਾਂ ਫਿਰ ਧੀਰਮਲ ਨੇ ਸੋਚਿਆ ਕਿ ਇਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਵਿਰਾਜਮਾਨ ਹਨ, ਮੈਨੂੰ ਅਰਦਾਸ ਵਿੱਚ ਉਹਨਾਂ ਦਾ ਨਾਮ ਵੀ ਲੈਣਾ ਚਾਹੀਦਾ ਸੀ। ਫਿਰ ਉਸਨੇ ਜਦ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ 9 ਗੁਰੂ ਸਾਹਿਬਾਂ ਦੇ ਨਾਮ ਲੈ ਕੇ ਅਰਦਾਸ ਕਰਕੇ ਦਰਿਆ ਨੂੰ ਆਖਿਆ, ਹੇ ਬਿਆਸਾ, ਸਾਡੀ ਅਮਾਨਤ ਸਾਨੂੰ ਦੇ ਦਿਓ। ਜਦ ਟੋਭਿਆਂ ਨੇ ਫਿਰ ਪਾਣੀ ਵਿੱਚ ਟੁੰਬੀ ਮਾਰੀ ਤਾਂ ਉਹਨਾਂ ਨੂੰ ਮੰਜੀ ਸਾਹਿਬ ਰੇਤੇ ਹੇਠਾਂ ਦੱਬੀ ਹੋਈ ਮਿਲ ਗਈ, ਜਿਸ ਨੂੰ ਅਡੋਲ ਹੀ ਚੁੱਕ ਕੇ ਬਾਹਰ ਲੈ ਆਂਦਾ
ਧੀਰਮੱਲ ਜੀ ਨੇ ਅੱਗੇ ਹੋ ਕੇ ਨਮਸਕਾਰ ਕੀਤੀ ਅਤੇ ਰੁਮਾਲੇ ਖੋਲ੍ਹ ਕੇ ਧੁੱਪ ਵਿੱਚ ਸੁਕਾ ਕੇ ਨਵੇਂ ਰੁਮਾਲਿਆਂ ਵਿੱਚ ਬੰਨ੍ਹ ਕੇ ਪਾਲਕੀ ਵਿੱਚ ਰੱਖ ਕੇ ਕਰਤਾਰਪੁਰ ਲੈ ਗਏ। ਇਸ ਖੁਸ਼ੀ ਵਿੱਚ ਬਹੁਤ ਕੜਾਹ ਪ੍ਰਸ਼ਾਦ ਕਰਕੇ ਵਰਤਾਇਆ ਅਤੇ ਇਸ ਅਵਸਰ 'ਤੇ ਦੀਪਮਾਲਾ ਵੀ ਕੀਤੀ ਗਈ। ਇਹ ਪੀੜ ਅੱਜ ਤੱਕ ਕਰਤਾਰਪੁਰ ਗੁਰਦੁਆਰਾ ਸ਼ੀਸ਼ ਮਹਿਲ ਵਿੱਚ ਵਿਰਾਜਮਾਨ ਹੈ। ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸੰਗਤਾਂ ਨੂੰ ਦੇ ਦਰਸ਼ਨ ਕਰਾਏ ਜਾਂਦੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਬਿਆਸਾ ਦਰਿਆ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਾਨਤ ਰੱਖ ਕੇ ਅਤੇ ਧੀਰਮਲ ਨੂੰ ਸੁਨੇਹਾ ਭੇਜ ਕੇ ਆਪ ਸਾਰੇ ਸੰਗ ਨਾਲ ਮੱਖਣ ਸ਼ਾਹ ਸਾਹਿਤ ਅੱਗੇ ਨੂੰ ਚੱਲ ਪਏ। ਕਰਤਾਰਪੁਰ ਤੋਂ ਅੱਗੇ ਇੱਕ ਮੰਜ਼ਿਲ ਲੰਘ ਕੇ ਹਜ਼ਾਰੇ ਪਿੰਡ ਆਪ ਜੀ ਨੇ ਇੱਕ ਰਾਤ ਡੇਰਾ ਕੀਤਾ। ਦੂਜੇ ਦਿਨ ਫਿਰ ਇਸ ਤਰ੍ਹਾਂ ਹੀ ਚੱਲ ਕੇ ਰਸਤੇ ਵਿੱਚ ਜਿੱਥੇ ਰਾਤ ਪੈ ਜਾਂਦੀ ਉੱਥੇ ਹੀ ਡੇਰਾ ਕਰਕੇ ਫਿਰ ਸਵੇਰੇ ਤੁਰ ਪੈਂਦੇ। ਸਤਲੁਜ ਦਰਿਆ ਪਾਰ ਕਰਕੇ ਆਪ ਜੀ ਕੀਰਤਪੁਰ ਪਹੁੰਚ ਗਏ। ਇੱਥੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਮਾਤਾ ਕਿਸ਼ਨ ਕੌਰ ਜੀ ਅਤੇ ਗੁਰੂ ਜੀ ਦੇ ਦੂਸਰੇ ਭਾਈ ਸੂਰਜਮੱਲ ਜੀ ਦਾ ਪਰਿਵਾਰ ਸੀ। ਆਪ ਜੀ ਜਦ ਕੁਝ ਦਿਨ ਕੀਰਤਪੁਰ ਠਹਿਰੇ ਤਾਂ ਆਪ ਜੀ ਨੇ ਸੂਰਜਮੱਲ ਜੀ ਦਾ ਵਰਤਾਓ ਚੰਗਾ ਨਾ ਵੇਖ ਕੇ ਉੱਥੇ ਰਹਿਣਾ ਚੰਗਾ ਨਾ ਸਮਝਿਆ। ਜਦ 5-6 ਕੋਹ ਅੱਗੇ ਚਲੇ ਗਏ ਤਾਂ ਇੱਕ ਸੋਹਣੀ ਸੁਤੰਤਰ ਥਾਂ ਵੇਖ ਕੇ ਆਪ ਜੀ ਨੇ ਮੱਖਣ ਸ਼ਾਹ ਦੀ ਸਲਾਹ ਨਾਲ ਉੱਥੇ ਡੇਰਾ ਕਰ ਲਿਆ। ਆਪ ਜੀ ਦਾ ਬਕਾਲੇ ਤੋਂ ਪਰਿਵਾਰ ਸਾਹਿਤ ਤੁਰਨਾ ਤੇ ਕਰਤਾਰਪੁਰ ਤੋਂ ਵੀ ਅੱਗੇ ਲੰਘ ਜਾਣਾ ਇਹੀ ਸਿੱਧ ਕਰਦਾ ਸੀ ਕਿ ਆਪ ਜੀ ਆਪਣੇ ਦੂਸਰੇ ਭਾਈਆਂ ਦੇ ਪਰਿਵਾਰ ਪਾਸ ਕੀਰਤਪੁਰ ਜਾ ਰਹੇ ਸਨ। ਇਸ ਕਰਕੇ ਸ਼ਰਧਾਲੂ ਸਿੱਖ ਵੀ ਆਪ ਜੀ ਦੇ ਪਿੱਛੇ-ਪਿੱਛੇ ਕੀਰਤਪੁਰ ਪਹੁੰਚ ਗਏ ਅਤੇ ਫਿਰ ਜਿੱਥੇ ਅੱਗੇ ਜਾ ਕੇ ਗੁਰੂ ਜੀ ਨੇ ਡੇਰਾ ਕੀਤਾ ਉੱਥੇ ਜਾ ਇਕੱਠੇ ਹੋਏ। ਇਨ੍ਹਾਂ ਸ਼ਰਧਾਲੂ ਪ੍ਰੇਮੀਆਂ ਵਿੱਚ ਗੁਰੂ ਘਰ ਦੇ ਅਨਿੰਨ ਸਿੱਖ ਭਾਈ ਬੁੱਢਾ ਜੀ ਦੀ ਬੰਸ਼ ਦੇ ਪਿਓ-ਪੁੱਤਰ ਭਾਈ ਝੰਡਾ ਜੀ ਤੇ ਗੁਰਦਿੱਤਾ ਜੀ ਵੀ ਪਹੁੰਚ ਗਏ। ਗੁਰੂ ਜੀ ਨੇ ਇਨ੍ਹਾਂ ਦਾ ਬੜਾ ਸਤਿਕਾਰ ਕੀਤਾ ਤੇ ਆਪਣੇ ਪਾਸ ਡੇਰਾ ਕਰ ਦਿੱਤਾ। ਇਨ੍ਹਾਂ ਨੇ ਪਿਛਲੀ ਚਲੀ ਆ ਰਹੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰੂ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ ਤੇ ਦਸਤਾਰਬੰਦੀ ਕਰਾਈ। ਗੁਰੂ ਜੀ ਨੇ ਇਨ੍ਹਾਂ ਨੂੰ ਯਥਾਯੋਗ ਸਿਰਪਾਉਂ ਦਿੱਤੇ ਅਤੇ ਇਨ੍ਹਾਂ ਦੋਵੇਂ ਕੁਝ ਦਿਨ ਦਰਸ਼ਨ ਦੀਦਾਰ ਕਰਕੇ ਵਾਪਸ ਆਪਣੇ ਪਿੰਡ ਰਮਦਾਸ ਆ ਗਏ। ਇੱਥੇ ਹੀ ਗੁਰੂ ਜੀ ਪਾਸ ਦੇਸ਼ਾਂ ਪ੍ਰਦੇਸ਼ਾਂ ਦੇ ਸਿੱਖ ਭੇਟਾ ਲੈ ਕੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਣ ਲੱਗੇ। ਸੰਗਤਾਂ ਦੀ ਪਰਪਾਟੀ ਆਪ ਜੀ ਵੱਲੋਂ ਵੇਖ ਪਈ ਦੇਖ ਸੁਣ ਕੇ ਧੀਰਮੱਲ ਜੀ ਮਨ ਵਿੱਚ ਕ੍ਰੋਧ ਤਾਂ ਬਹੁਤ ਕਰਦੇ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਇੱਥੇ ਗੁਰੂ ਜੀ ਦੇ ਡੇਰੇ ਲੱਗੇ ਨੂੰ ਜਦ ਕੁਝ ਦਿਨ ਹੋ ਗਏ ਤਾਂ ਮੱਖਣ ਸ਼ਾਹ ਨੇ ਆਪ ਜੀ ਤੋਂ ਘਰ ਜਾਣ ਵਾਸਤੇ ਆਗਿਆ ਮੰਗੀ। ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਉਸ ਨੂੰ ਆਗਿਆ ਦੇ ਦਿੱਤੀ ਅਤੇ ਸਿਰਪਾਉਂ ਦੇ ਕੇ ਬੜੇ ਸਤਿਕਾਰ ਨਾਲ ਵਿਦਾ ਕੀਤਾ। ਜਦ ਗੁਰੂ ਜੀ ਨੇ ਵੇਖਿਆ ਕਿ ਇੱਥੇ ਕਿਸੇ ਸ਼ਰੀਕ ਭਾਈ ਦੀ ਛੇੜਛਾੜ ਦਾ ਕੋਈ ਡਰ ਨਹੀਂ ਹੈ ਤਾਂ ਆਪ ਜੀ ਨੇ ਆਪਣੇ ਕੁਝ ਮੁਖੀ ਸਿੱਖਾਂ ਨੂੰ ਬਿਲਾਸਪੁਰ ਦੇ ਰਾਜੇ ਭੀਮ ਚੰਦ ਪਾਸ ਭੇਜਿਆ ਕਿ ਸਾਨੂੰ ਆਪਣਾ ਸੁਤੰਤਰ ਨਗਰ ਵਸਾਉਣ ਵਾਸਤੇ ਇਹ ਜ਼ਮੀਨ ਮੁੱਲ ਦੇ ਦਿਓ। ਰਾਜੇ ਨੇ ਇਹ ਗੱਲ ਮੰਨ ਲਈ ਅਤੇ ਕੁਝ ਰਕਮ ਲੈ ਕੇ ਜ਼ਮੀਨ ਦਾ ਪਟਾ ਗੁਰੂ ਜੀ ਦੇ ਨਾਮ ਲਿਖ ਦਿੱਤਾ। ਉਪਰੰਤ ਗੁਰੂ ਜੀ ਨੇ ਰਾਜ ਮਜ਼ਦੂਰ ਲਗਵਾ ਕੇ ਆਪਣੇ ਰਹਿਣ ਵਾਸਤੇ ਕੋਠੇ ਤਿਆਰ ਕਰਵਾ ਲਏ ਅਤੇ ਹੋਰ ਕਿਰਤੀਆਂ ਨੂੰ ਵੀ ਉੱਥੇ ਆਪਣਾ ਕੰਮਕਾਜ ਕਰਨ ਵਾਸਤੇ ਪ੍ਰੇਰਨਾ ਕਰਕੇ ਵਸਾ ਦਿੱਤਾ। ਜਦ ਇਸ ਵਸੋਂ ਨਾਲ ਕੁਝ ਰੌਣਕ ਹੋ ਗਈ ਅਤੇ ਸਿੱਖ ਸੰਗਤਾਂ ਵੀ ਦਰਸ਼ਨ ਕਰਨ ਵਾਸਤੇ ਭੇਟਾ ਲੈ ਕੇ ਆਉਣ ਲੱਗ ਪਈਆਂ ਤਾਂ ਈਰਖਾ ਦਵੇਸ਼ ਵਿੱਚੋਂ ਨਿਕਲ ਕੇ ਇਹ ਆਨੰਦ ਦਾ ਵਾਤਾਵਰਣ ਵੇਖ ਕੇ ਗੁਰੂ ਜੀ ਨੇ ਇਸ ਵਸੋਂ ਦਾ ਨਾਮ ਹੀ ਆਨੰਦਪੁਰ ਰੱਖ ਦਿੱਤਾ। ਰੋਜ਼ ਸ਼ਬਦ ਕੀਰਤਨ ਤੇ ਸਤਨਾਮ ਦੇ ਉਪਦੇਸ਼ ਨਾਲ ਗੁਰੂ ਕੇ ਖੁੱਲ੍ਹੇ ਲੰਗਰ ਦਾ ਸਦਕਾ ਇਹ ਨਾਮ ਆਨੰਦਪੁਰ ਸਭ ਨੇ ਪਸੰਦ ਕੀਤਾ। ਇੱਕ ਦਿਨ ਗੁਰੂ ਜੀ ਨੇ ਪਿੱਪਲ ਦੇ ਬ੍ਰਿਛ ਹੇਠਾਂ ਦੀਵਾਨ ਲਗਾਇਆ, ਸ਼ਬਦ ਕੀਰਤਨ ਹੋਇਆ, ਸਿੱਖ ਸੰਗਤਾਂ ਨੇ ਉਪਦੇਸ਼ ਹੋਇਆ। ਜਦ ਕੜਾਹ ਪ੍ਰਸ਼ਾਦ ਵਰਤ ਗਿਆ ਤਾਂ ਇੱਕ ਭਿਆਨਕ ਦੈਂਤ ਹੱਥ ਜੋੜ ਕੇ ਗੁਰੂ ਜੀ ਅੱਗੇ ਆਣ ਖੜਾ ਹੋਇਆ। ਬੇਨਤੀ ਕੀਤੀ, ਮਹਾਰਾਜ ਹੁਣ ਇਸ ਜਗ੍ਹਾ ਤੁਸੀਂ ਮੁੱਲ ਲੈ ਕੇ ਆਪਣਾ ਨਗਰ ਵਸਾਉਣਾ ਚਾਹੁੰਦੇ ਹੋ। ਤੁਹਾਡੇ ਸਿੱਖ ਉੱਚੀ-ਉੱਚੀ ਕੀਰਤਨ ਕਰਦੇ ਹਨ ਤੇ ਬਾਣੀ ਪੜ੍ਹਦੇ ਹਨ। ਇਹ ਸਾਡੀ ਰਾਖਸ਼ ਕੁਲ ਵਾਸਤੇ ਹਾਨੀਕਾਰਕ ਹੈ। ਜਿੱਥੋਂ ਤੱਕ ਇਸ ਕੀਰਤਨ ਅਤੇ ਗੁਰਬਾਣੀ ਪੜ੍ਹਨ ਦੀ ਆਵਾਜ਼ ਆਉਂਦੀ ਹੈ ਉੱਥੋਂ ਤੱਕ ਅਸੀਂ ਉਸ ਇਲਾਕੇ ਵਿੱਚ ਡਰ ਕੇ ਵੜਦੇ ਨਹੀਂ। ਸਾਨੂੰ ਇਸ ਇਲਾਕੇ ਵਿੱਚ ਕੋਈ ਚੀਜ਼ ਖਾਣ ਨੂੰ ਨਹੀਂ ਮਿਲਦੀ। ਅਸੀਂ ਇੱਥੇ 700 ਸਾਲ ਤੋਂ ਰਹਿੰਦੇ ਹਾਂ। ਮੇਰਾ ਨਾਮ ਮਾਖੋ ਹੈ। ਗੁਰੂ ਜੀ ਨੇ ਉਸ ਦੀ ਗੱਲ ਸੁਣ ਕੇ ਕਿਹਾ, ਹੁਣ ਤੂੰ ਆਪਣੇ ਪਰਿਵਾਰ ਸਹਿਤ ਸਰਹੰਦ ਜਾ ਵਸ। ਉੱਥੇ ਹੀ ਤੁਹਾਡਾ ਹੋਰ ਭਾਈਚਾਰਾ ਵੀ ਪਹੁੰਚ ਜਾਏਗਾ।
ਪਰ ਕਿਸੇ ਮਨੁੱਖ ਜਾਤੀ ਨੂੰ ਦੁੱਖ ਨਾ ਦੇਣਾ। ਇਹ ਬਚਨ ਸੁਣ ਕੇ ਮਾਖੋ ਦੈਂਤ ਆਪਣੇ ਪਰਿਵਾਰ ਨਾਲ ਸਰਹੰਦ ਆ ਗਿਆ। ਇਸ ਦੈਂਤ ਦੇ ਨਾਮ ਕਰਕੇ ਹੀ ਇਸ ਪਿੰਡ ਦਾ ਨਾਮ ਪਹਿਲਾਂ ਮਾਖੋਵਾਲ ਸੀ। ਜਦ ਗੁਰੂ ਜੀ ਨੇ ਅਨੰਦਪੁਰ ਨਿਵਾਸ ਕਰ ਲਿਆ ਤਾਂ ਕਾਬਲ ਦਾ ਇੱਕ ਮਸੰਦ ਸੰਗਤ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤੁਰਿਆ। ਕੁਝ ਸੰਗਤ ਨੇ ਆਪਣੀ ਕਾਰ ਭੇਟਾ ਗੁਰੂ ਜੀ ਵਾਸਤੇ ਇਹਨਾਂ ਦੇ ਹੱਥ ਦੋ ਭਾਗ ਕਰਕੇ ਭੇਜ ਦਿੱਤੀ, ਕਿਉਂਕਿ ਦੂਰ ਦੀ ਸੰਗਤ ਨੂੰ ਅਜੇ ਤੱਕ ਪੂਰਾ ਪਤਾ ਨਹੀਂ ਸੀ ਲੱਗਾ ਕਿ ਗੁਰਿਆਈ ਕਿਸ ਨੂੰ ਮਿਲੀ ਹੈ। ਇਸ ਕਰਕੇ ਸੰਗਤ ਨੇ ਕਿਹਾ ਕਿ ਇੱਕ ਭਾਗ ਧੀਰ ਮੱਲ ਜੀ ਨੂੰ ਭੇਟਾ ਕਰ ਦੇਣੀ ਤੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ, ਅਤੇ ਦੋਹਾਂ ਦੇ ਸਿਰ ਪਾਉ ਵੱਖਰੇ ਵੱਖਰੇ ਸੰਭਾਲ ਕੇ ਲੈ ਆਉਣੇ। ਇਸ ਤਰ੍ਹਾਂ ਹੀ ਕਾਬਲ ਦੀ ਸੰਗਤ ਨੇ ਪਹਿਲਾਂ ਕਰਤਾਰਪੁਰ ਪਹੁੰਚ ਕੇ ਭੇਟਾ ਰੱਖ ਕੇ ਧੀਰਮੱਲ ਨੂੰ ਮੱਥਾ ਟੇਕਿਆ। ਧੀਰਮੱਲ ਜੀ ਨੇ ਸਭ ਨੂੰ ਯਥਾਯੋਗ ਸਿਰਪਾਉ ਦੇ ਕੇ ਤੋਰਿਆ। ਕਰਤਾਰਪੁਰ ਤੋਂ ਚੱਲ ਕੇ ਫਿਰ ਸੰਗਤ ਕੀਰਤਪੁਰ ਗਈ ਅਤੇ ਉੱਥੋਂ ਗੁਰੂ ਜੀ ਦਾ ਪਤਾ ਕਰਕੇ ਅਨੰਦਪੁਰ ਪਹੁੰਚੀ। ਸਭ ਸੰਗਤ ਨੇ ਭੇਟਾ ਰੱਖ ਕੇ ਮੱਥੇ ਟੇਕੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਕੁਝ ਦਿਨ ਠਹਿਰ ਕੇ ਜਦ ਸੰਗਤ ਤੁਰਨ ਲੱਗੀ ਤਾਂ ਗੁਰੂ ਜੀ ਨੇ ਸਭ ਨੂੰ ਯਥਾਯੋਗ ਸਿਰਪਾਉ ਦਿੱਤੇ ਅਤੇ ਖੁਸ਼ੀਆਂ ਬਖਸ਼ੀਆਂ। ਜਦ ਸੰਗਤ ਮੰਜ਼ਲਾਂ ਕੱਟਦੀ ਹੋਈ ਕਾਬਲ ਵਾਪਸ ਪਹੁੰਚੀ ਅਤੇ ਧੀਰਮੱਲ ਜੀ ਦੇ ਅਤੇ ਗੁਰੂ ਜੀ ਦੇ ਵੱਖੋ ਵੱਖਰੇ ਦਿੱਤੇ ਹੋਏ ਸਿਰਪਾਉ ਦਿੱਤੇ ਤਾਂ ਉਹਨਾਂ ਨੇ ਕਿਹਾ, ਇਹਨਾਂ ਦੋਹਾਂ ਨੂੰ ਤੋਲੋ, ਜਿਹੜਾ ਗੁਰੂ ਸੱਚਾ ਹੋਵੇਗਾ ਉਸ ਦਾ ਸਿਰਪਾਉ ਭਾਰੀ ਹੋਵੇਗਾ। ਜਦ ਦੋਹਾਂ ਦਸਤਾਰਾਂ ਨੂੰ ਤੱਕੜੀ ਵਿੱਚ ਪਾ ਕੇ ਤੋਲਿਆ ਤਾਂ ਗੁਰੂ ਜੀ ਦੀ ਦਸਤਾਰ ਵਾਲਾ ਛਾਬਾ ਜ਼ਮੀਨ ਤੋਂ ਨਾ ਉੱਠਿਆ। ਇਹ ਕੌਤਕਮਈ ਪ੍ਰੀਖਿਆ ਵੇਖ ਕੇ ਸੰਗਤ ਨੂੰ ਪੂਰਾ ਨਿਸ਼ਚਾ ਹੋ ਗਿਆ ਕਿ ਗੁਰਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਜੀ ਹਨ। ਸੰਗਤ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਜੈਕਾਰੇ ਛੱਡ ਕੇ ਖੁਸ਼ੀਆਂ ਮਨਾਈਆਂ। ਗੁਰੂ ਜੀ ਨੇ ਅਨੰਦਪੁਰ ਵਿੱਚ ਸੰਗਤਾਂ ਦੇ ਆਰਾਮ ਵਾਸਤੇ ਇੱਕ ਖੁੱਲ੍ਹੀ ਵਿਸ਼ਾਲ ਧਰਮਸ਼ਾਲਾ ਬਣਵਾਈ। ਇਸ ਵਿੱਚ ਇੱਕ ਦਿਨ ਇੱਕ ਪੀਰ ਰੋਪੜ ਦੇ ਰਹਿਣ ਵਾਲਾ ਆਣ ਕੇ ਬੈਠਾ। ਉਸਨੇ ਇੱਕ ਸਿੱਖ ਨੂੰ ਪੁੱਛਿਆ ਕਿ ਮੰਦਰ ਕਿਸਨੇ ਬਣਵਾਏ ਹਨ। ਸਿੱਖ ਨੇ ਕਿਹਾ, ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਣਵਾਏ ਹਨ। ਆਪ ਜੀ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ 9ਵੇਂ ਥਾਂ ਹਨ। ਪੀਰ ਜੀ ਨੇ ਕਿਹਾ, ਬਾਬਾ ਨਾਨਕ ਤਾਂ ਬੜਾ ਵਲੀ ਪੁਰਖ ਹੋਇਆ ਹੈ। ਜੇਕਰ ਉਹ ਇਹਨਾਂ ਨੂੰ ਗੱਦੀ ਉੱਤੇ ਹਨ ਤਾਂ ਇਹਨਾਂ ਵਿੱਚ ਵੀ ਸ਼ਕਤੀ ਹੋਣੀ ਚਾਹੀਦੀ ਹੈ। ਸਿੱਖਾਂ ਨੇ ਕਿਹਾ, ਗੁਰੂ ਜੀ ਪੂਰਨ ਸ਼ਕਤੀ ਦੇ ਮਾਲਕ ਅਤੇ ਵਿਰਾਗ ਦੇ ਪੁੰਜ ਹਨ। ਪੀਰ ਨੇ ਕਿਹਾ, ਜੇਕਰ ਵਿਰਾਗ ਦੇ ਪੁੰਜ ਹਨ ਤਾਂ ਇਹਨਾਂ ਅਡੰਬਰ ਕਿਉਂ ਰਚਿਆ ਹੈ? ਗ੍ਰਹਿਸਥੀ ਹਨ ਕਿ ਫਕੀਰ? ਸਿੱਖਾਂ ਨੇ ਕਿਹਾ, ਗੁਰੂ ਜੀ ਗ੍ਰਹਿਸਥੀ ਹਨ। ਗੁਰੂ ਨਾਨਕ ਸਾਹਿਬ ਵੀ ਗ੍ਰਹਿਸਥੀ ਸਨ। ਪੀਰ ਨੇ ਕਿਹਾ, ਵਿਰਾਗਵਾਨ ਗੁਰੂ ਪੀਰ ਕੀ ਤੇ ਫਿਰ ਐਡਾ ਅਡੰਬਰ ਕਿਉਂ? ਦੂਸਰੇ ਦਿਨ ਉਹ ਸਿੱਖ ਉਸ ਪੀਰ ਨੂੰ ਲੈ ਕੇ ਗੁਰੂ ਜੀ ਪਾਸ ਲੈ ਗਿਆ। ਗੁਰੂ ਜੀ ਨੇ ਆਦਰ ਨਾਲ ਬਿਠਾਲ ਕੇ ਪੁੱਛਿਆ ਕਿ ਸਾਈਂ ਲੋਕ ਕੀ ਪੁੱਛਦੇ ਹਨ? ਪੀਰ ਨੇ ਆਪਣਾ ਸਵਾਲ ਦੱਸਿਆ। ਗੁਰੂ ਜੀ ਨੇ ਕਿਹਾ, ਅੱਖਾਂ ਮੀਟ ਕੇ ਮਨ ਨੂੰ ਟਿਕਾ ਕੇ ਵੇਖੋ, ਤੁਹਾਨੂੰ ਪਤਾ ਲੱਗ ਜਾਵੇਗਾ। ਪਰ ਪੀਰ ਅੱਖਾਂ ਮੀਟ ਕੇ ਲੰਬਾ ਪੈ ਗਿਆ ਤਾਂ ਉਸਨੂੰ ਇੱਕ ਸੁਪਨਾ ਆਇਆ ਕਿ ਗੁਰੂ ਜੀ ਉਸਦੀ ਰੂਹ ਨੂੰ ਲੈ ਕੇ ਸਵਰਗ ਵਿੱਚ ਚਲੇ ਗਏ ਹਨ। ਉੱਥੇ ਇੱਕ ਸੁਨਹਿਰੀ ਮੰਦਰ ਵਿੱਚ ਇੱਕ ਧਨੀ ਪੁਰਸ਼ ਬੜੇ ਸੁੱਖ ਭੋਗ ਰਿਹਾ ਹੈ। ਬਾਗ ਬਗੀਚੇ ਤੇ ਫੁਹਾਰੇ ਆਦਿਕ ਲੱਗੇ ਹੋਏ ਹਨ। ਅਪਸਰਾ ਸੇਵਾ ਕਰ ਰਹੀਆਂ ਹਨ। ਉਸ ਪੁਰਸ਼ ਨੂੰ ਪੁੱਛਿਆ, ਸੁਣਾਓ ਜੀ, ਤੁਸੀਂ ਪਿੱਛੇ ਕੀ ਕਰਮ ਕਰਕੇ ਆਏ ਹੋ ਜਿਸ ਕਰਕੇ ਤੁਹਾਨੂੰ ਮਹਾਨ ਸੁੱਖ ਦੀ ਪ੍ਰਾਪਤੀ ਹੈ? ਉਸ ਪੁਰਸ਼ ਨੇ ਆਪਣੀ ਬੀਤੀ ਵਾਰਤਾ ਸੁਣਾਈ ਕਿ ਮੈਂ ਮਾਤ ਲੋਕ ਵਿੱਚ ਸ਼ੇਰ ਦਾ ਜੂਨ ਸਾਂ। ਇੱਕ ਦਿਨ ਮੈਂ ਜਦ ਬਾਹਰ ਆਪਣੇ ਸ਼ਿਕਾਰ ਵਾਸਤੇ ਗਿਆ ਤਾਂ ਬਹੁਤ ਮੀਂਹ ਹਨੇਰੀ ਆ ਗਈ। ਮੈਂ ਛੇਤੀ ਨਾਲ ਆਪਣੇ ਘਰੇ ਵੱਲ ਦੌੜ ਗਿਆ। ਘਰੇ ਪਾਸ ਜਾ ਕੇ ਮੈਂ ਵੇਖਿਆ ਕਿ ਮੀਂਹ ਹਨੇਰੀ ਤੋਂ ਬਚਣ ਵਾਸਤੇ ਦੋ ਆਦਮੀ ਮੇਰੇ ਘੁਰੇ ਵਿੱਚ ਬੈਠੇ ਹੋਏ ਗੱਲਾਂ ਕਰ ਰਹੇ ਹਨ। ਮੇਰੇ ਮਨ ਵਿੱਚ ਦਇਆ ਆ ਗਈ। ਮੈਂ ਆਪ ਮੀਂਹ ਹਨੇਰੀ ਵਿੱਚ ਬਾਹਰ ਹੀ ਖੜਾ ਰਿਹਾ, ਜਿਸ ਕਰਕੇ ਸਰਦੀ ਨਾਲ ਆਕੜ ਕੇ ਮੇਰੀ ਮੌਤ ਹੋ ਗਈ। ਸਵੇਰੇ ਜਦ ਉਹਨਾਂ ਪੁਰਸ਼ਾਂ ਨੇ ਮੈਨੂੰ ਮਰਿਆ ਪਿਆ ਵੇਖਿਆ ਤਾਂ ਉਹਨਾਂ ਨੇ ਮੈਨੂੰ ਇਸ ਅਤਿਥੀ ਸੇਵਾ ਦਾ ਫਲ ਦਿੱਤਾ, ਜਿਸ ਫਲ ਦੇ ਬਦਲੇ ਮੈਨੂੰ ਇਹ ਪਰਮ ਸੁੱਖ ਦੀ ਪ੍ਰਾਪਤੀ ਹੋਈ। ਇਹ ਸੁਣ ਕੇ ਪੀਰ ਹੈਰਾਨ ਹੋ ਗਿਆ ਤੇ ਜਦ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਗੁਰੂ ਜੀ ਨੇ ਕਿਹਾ, ਸਾਈਂ ਲੋਕੋ, ਗ੍ਰਹਿਸਥ ਧਰਮ ਸਭ ਧਰਮਾਂ ਤੋਂ ਉੱਚਾ ਹੈ, ਜੋ ਸਾਰੇ ਰਿਸ਼ੀਆਂ ਮੁਨੀਆਂ ਪੀਰਾਂ ਫਕੀਰਾਂ ਨੂੰ ਪੈਦਾ ਕਰਦਾ ਹੈ ਤੇ ਫਿਰ ਸਾਰਿਆਂ ਦੀ ਗੁਜ਼ਾਰਨ ਦਾ ਆਸਰਾ ਰਹਿੰਦਾ ਹੈ। ਜੋ ਗ੍ਰਹਿਸਥ ਧਰਮ ਵਿੱਚ ਪੂਰੇ ਉਤਰਦੇ ਹਨ ਉਹਨਾਂ ਨੂੰ ਅੰਤ ਸਮੇਂ ਮੁਕਤੀ ਪਦ ਪ੍ਰਾਪਤ ਹੁੰਦਾ ਹੈ। ਗ੍ਰਹਿਸਥੀ ਦਾ ਧਰਮ ਹੈ ਅਤਿਥੀ ਦੀ ਸੇਵਾ ਕਰਨੀ ਤੇ ਆਪਣੀ ਨੇਕ ਕਮਾਈ ਵਿੱਚੋਂ ਪੁੰਨ ਦਾਨ ਕਰਨਾ।
ਐਸਾ ਗ੍ਰਹਿਸਥੀ ਪਰਮ ਸੁੱਖ ਨੂੰ ਪ੍ਰਾਪਤ ਕਰਦਾ ਹੈ। ਗੁਰੂ ਜੀ ਤੋਂ ਇਹ ਸਭ ਕੁਝ ਸੁਣ ਕੇ ਪੀਰ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ, ਮੈਨੂੰ ਹੁਣ ਇਸ ਗੱਲ ਦੀ ਸਮਝ ਆ ਗਈ ਹੈ ਕਿ ਜੋ ਕੁਝ ਆਪ ਕਰ ਰਹੇ ਹੋ ਇਹ ਗ੍ਰਹਿਸਥ ਧਰਮ ਦਾ ਮੁੱਖ ਉਦੇਸ਼ ਹੈ। ਗੁਰੂ ਜੀ ਦਾ ਪ੍ਰਤੀ ਦਿਨ ਪ੍ਰਤਾਪ ਅਤੇ ਮਹਿਮਾ ਵੱਧਦੀ ਵੇਖ ਕੇ ਧੀਰਮਲ ਦੇ ਮਨ ਵਿੱਚ ਬਹੁਤ ਈਰਖਾ ਭੜਕ ਉੱਠੀ। ਉਸਨੇ ਸੀਹੇ ਮਸੰਦ ਦੀ ਸਲਾਹ ਨਾਲ ਰਾਮ ਰਾਏ ਨੂੰ ਇੱਕ ਚਿੱਠੀ ਲਿਖ ਕੇ ਆਖਿਆ ਕਿ ਤੁਸੀਂ ਬਾਦਸ਼ਾਹ ਨੂੰ ਆਖ ਕੇ ਸ਼੍ਰੀ ਤੇਗ ਬਹਾਦਰ ਜੀ ਨੂੰ ਦਿੱਲੀ ਸਦਵਾ ਲਵੋ ਅਤੇ ਬਾਦਸ਼ਾਹ ਨੂੰ ਆਖੋ ਕਿ ਇਸ ਪਾਸੋਂ ਕਰਾਮਾਤ ਵੇਖੋ। ਜਦ ਤੇਗ ਬਹਾਦਰ ਜੀ ਬਾਦਸ਼ਾਹ ਨੂੰ ਕਰਾਮਾਤ ਨਹੀਂ ਵਿਖਾਉਣਗੇ ਤਾਂ ਉਹ ਇਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ। ਉੱਥੇ ਹੀ ਆਪੇ ਕੈਦ ਵਿੱਚ ਦੁੱਖ ਪਾਉਣਗੇ ਤੇ ਸਦਾ ਵਾਸਤੇ ਤੁਹਾਡੇ ਰਾਹ ਵਿੱਚੋਂ ਰੋੜਾ ਹਟ ਜਾਵੇਗਾ। ਗੁਰਗੱਦੀ ਦੇ ਅਸੀਂ ਦੋਵੇਂ ਹੀ ਵਾਰਸ ਹਾਂ। ਇਹ ਦੋ ਪੀੜ੍ਹੀਆਂ ਸਾਡੇ ਤੋਂ ਉੱਪਰੋਂ ਆਣ ਕੇ ਗੁਰਿਆਈ ਕਿਸ ਤਰ੍ਹਾਂ ਲੈ ਸਕਦੇ ਹਨ। ਇਹ ਚਿੱਠੀ ਜਦ ਰਾਮ ਰਾਏ ਜੀ ਨੇ ਪੜ੍ਹੀ ਤਾਂ ਉਸਨੇ ਸਲਾਹ ਦੀ ਬੜੀ ਪ੍ਰਸ਼ੰਸਾ ਕਰਕੇ ਧੀਰਮਲ ਜੀ ਨੂੰ ਬੜਾ ਉਤਸ਼ਾਹ ਪੂਰਵਕ ਉੱਤਰ ਲਿਖ ਕੇ ਭੇਜ ਦਿੱਤਾ। ਉਪਰੰਤ ਆਪ ਬਾਦਸ਼ਾਹ ਪਾਸ ਜਾ ਕੇ ਉਸਨੂੰ ਆਖਿਆ ਕਿ ਤੇਗ ਬਹਾਦਰ ਜੀ ਨੂੰ ਇੱਕ ਵਾਰ ਦਿੱਲੀ ਸੱਦ ਕੇ ਉਸ ਪਾਸੋਂ ਕਰਾਮਾਤ ਵੇਖੋ। ਲੋਕ ਉਸਨੂੰ ਅਜਮਤੀ ਕਹਿੰਦੇ ਹਨ ਤੇ ਬਹੁਤ ਭੇਟਾ ਕਰਦੇ ਹਨ। ਅਸੀਂ ਉਸਨੂੰ ਤਦ ਹੀ ਸੱਚਾ ਮੰਨਾਂਗੇ ਜੇਕਰ ਉਹ ਤੁਹਾਨੂੰ ਕੋਈ ਕਰਾਮਾਤ ਦਿਖਾਏਗਾ। ਪਾਤਸ਼ਾਹ ਨੇ ਕਿਹਾ, ਮੈਂ ਤੇਰੇ ਪਾਸੋਂ ਬਹੁਤ ਅਜ਼ਮਤ ਵੇਖ ਲਈ ਹੈ, ਉਸਨੂੰ ਸੱਦ ਕੇ ਕੀ ਕਰਨਾ ਹੈ। ਇਹ ਗੱਲ ਕਰਕੇ ਬਾਦਸ਼ਾਹ ਕੋਈ ਹੋਰ ਗੱਲ ਕਰਨ ਲੱਗ ਪਿਆ ਤੇ ਰਾਮ ਰਾਏ ਬਾਦਸ਼ਾਹ ਦਾ ਢੰਗ ਵੇਖ ਕੇ ਆਪ ਡੇਰੇ ਨੂੰ ਵਾਪਸ ਆ ਗਿਆ। ਜਦ ਧੀਰਮਲ ਜੀ ਅਤੇ ਰਾਮ ਰਾਏ ਜੀ ਦੀਆਂ ਚਿੱਠੀਆਂ ਦੀ ਖਬਰ ਦਿੱਲੀ ਦੀ ਸੰਗਤ ਨੂੰ ਮਿਲੀ ਤਾਂ ਉਹਨਾਂ ਵਿੱਚੋਂ ਕੁਝ ਆਦਮੀ ਸਲਾਹ ਕਰਕੇ ਗੁਰੂ ਜੀ ਨੂੰ ਜ਼ੁਬਾਨੀ ਖਬਰ ਦੇਣ ਵਾਸਤੇ ਅਨੰਦਪੁਰ ਆਏ। ਜਥਾ ਸ਼ਕਤੀ ਭੇਟਾ ਰੱਖ ਕੇ ਸਭ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਆਰਾਮ ਨਾਲ ਬੈਠ ਕੇ ਸਾਰੀ ਗੱਲ ਦੱਸੀ। ਕਿਸ ਤਰ੍ਹਾਂ ਧੀਰਮਲ ਜੀ ਨੇ ਰਾਮ ਰਾਏ ਜੀ ਨੂੰ ਚਿੱਠੀ ਲਿਖੀ ਸੀ ਤੇ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਜਾ ਕੇ ਚੁੱਕਿਆ ਸੀ, ਪਰ ਬਾਦਸ਼ਾਹ ਨੇ ਅਜੇ ਤੱਕ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸੰਗਤ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਧੀਰਜ ਦੇ ਕੇ ਕਿਹਾ, ਕੋਈ ਚਿੰਤਾ ਨਾ ਕਰੋ, ਗੁਰੂ ਕਰਤਾਰ ਭਲੀ ਕਰੇਗਾ। ਗੁਰੂ ਜੀ ਨੇ ਸੰਗਤ ਦੀ ਅੰਨ ਜਲ ਦੀ ਸੇਵਾ ਕਰਾਈ ਅਤੇ ਉਹਨਾਂ ਦੇ ਪ੍ਰੇਮ ਦੀ ਸ਼ਲਾਘਾ ਕੀਤੀ। ਕੁਝ ਦਿਨਾਂ ਉਪਰੰਤ ਸੰਗਤ ਗੁਰੂ ਜੀ ਤੋਂ ਆਗਿਆ ਲੈ ਕੇ ਵਾਪਸ ਦਿੱਲੀ ਨੂੰ ਚਲੀ ਗਈ। ਇਸ ਤਰ੍ਹਾਂ ਜਦ ਗੁਰੂ ਜੀ ਨੇ ਅਨੁਭਵ ਕਰ ਲਿਆ ਕਿ ਈਰਖਾ ਦੀ ਅੱਗ ਇਹਨਾਂ ਗੁਰਗੱਦੀ ਦੇ ਲਾਲਚੀਆਂ ਦੇ ਮਨਾਂ ਵਿੱਚੋਂ ਅਜੇ ਵੀ ਨਹੀਂ ਬੁਝੀ ਤਾਂ ਆਪ ਜੀ ਨੇ ਤੀਰਥ ਯਾਤਰਾ ਦੀ ਤਿਆਰੀ ਦੀ ਸਲਾਹ ਕਰ ਲਈ। ਇਸ ਤੀਰਥ ਯਾਤਰਾ ਕਰਨ ਨਾਲ ਆਪ ਜੀ ਨੇ ਵਿਚਾਰਿਆ ਕਿ ਇੱਕ ਤਾਂ ਇਹਨਾਂ ਈਰਖਾਲੂਆਂ ਦੇ ਮਨ ਠੰਡੇ ਹੋ ਜਾਣਗੇ, ਦੂਸਰੇ ਤੀਰਥਾਂ ਦਾ ਇਸ਼ਨਾਨ ਤੇ ਗੁਰੂ ਘਰ ਦਾ ਪ੍ਰਚਾਰ ਕਰਨ ਦਾ ਅਵਸਰ ਮਿਲ ਜਾਵੇਗਾ ਤੇ ਇਹਨਾਂ ਸ਼ਰੀਕਾਂ ਤੋਂ ਦੂਰ ਚਲੇ ਜਾਣ ਨਾਲ ਸੁੱਖ ਵੀ ਪ੍ਰਤੀਤ ਕਰਨਗੇ। ਇਸ ਕਰਕੇ ਸਾਡਾ ਇੱਥੋਂ ਚਲੇ ਜਾਣਾ ਹੀ ਚੰਗਾ ਹੈ। ਇਹ ਸਭ ਕੁਝ ਵਿਚਾਰ ਕੇ ਗੁਰੂ ਜੀ ਨੇ ਨਗਰ ਵਾਸੀਆਂ ਨੂੰ ਧੀਰਜ ਦਿੱਤੀ ਤੇ ਕਿਹਾ, ਤੁਸੀਂ ਸੁੱਖ ਪੂਰਵਕ ਵਸੋ, ਕੋਈ ਚਿੰਤਾ ਨਾ ਕਰੋ। ਅਸੀਂ ਸਿੱਖਾਂ ਦੀ ਕਲਿਆਣ ਵਾਸਤੇ ਹੀ ਤੀਰਥ ਯਾਤਰਾ ਤੇ ਜਾ ਰਹੇ ਹਾਂ। ਨਗਰ ਵਾਸੀਆਂ ਨੂੰ ਧੀਰਜ ਦੇ ਕੇ ਪਰਿਵਾਰ ਦੀ ਤਿਆਰੀ ਕਰਵਾਈ। ਮਾਤਾ ਨਾਨਕੀ ਜੀ, ਮਹਿਲਾ ਸ਼੍ਰੀ ਗੁਜਰੀ ਜੀ ਅਤੇ ਇਹਨਾਂ ਦੇ ਭਾਈ ਕਿਰਪਾਲ ਜੀ ਅਤੇ ਕੁਝ ਅਤੀ ਸ਼ਰਧਾਲੂ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਅਨੰਦਪੁਰ ਤੋਂ ਚੱਲ ਕੇ 2 ਕੋਹਾਂ ਉੱਤੇ ਜਾ ਡੇਰਾ ਕੀਤਾ। ਇੱਕ ਸਿੱਖ ਨੂੰ ਅਨੰਦਪੁਰ ਰਹਿਣ ਵਾਸਤੇ ਆਗਿਆ ਕਰਕੇ ਉਸਨੂੰ ਆਖਿਆ, ਜਿੰਨਾ ਵੀ ਧਨ ਇਸ ਸਮੇਂ ਗੁਰੂ ਕੇ ਖਜ਼ਾਨੇ ਵਿੱਚ ਹੈ ਉਸਨੂੰ ਸਮਝ ਕੇ ਖਰਚ ਕਰਨਾ, ਖੂਹ ਲਗਵਾਉਣਾ, ਘਰ ਬਣਵਾਉਣੇ ਅਤੇ ਨਗਰਾਂ ਤੇ ਘਰ ਦੇ ਸੁੱਖ ਵਾਸਤੇ ਸਭ ਕੰਮ ਕਰਨੇ। ਉਪਰੰਤ ਆਪ ਜੀ ਨੇ ਸੰਗਤ ਨੂੰ ਧੀਰਜ ਉਪਦੇਸ਼ ਦੇ ਕੇ ਵਾਪਿਸ ਮੋੜ ਦਿੱਤਾ ਅਤੇ ਆਪ ਰਾਤ ਦਾ ਵਿਸ਼ਰਾਮ ਕਰਕੇ ਦੂਸਰੀ ਸਵੇਰ ਅੱਗੇ ਨੂੰ ਤੁਰ ਪਏ। ਰੋਪੜ ਤੋਂ ਲੰਘ ਕੇ ਆਪ ਜੀ ਨੇ ਮੂਲੋਵਾਲ ਜਾ ਵਿਸ਼ਰਾਮ ਕੀਤਾ। ਇੱਥੋਂ ਦੇ ਵਸਨੀਕ ਮਈਆ ਤੇ ਕੋਂਦਾ ਗੁਰੂ ਜੀ ਦੇ ਦਰਸ਼ਨ ਕਰਨ ਆਏ ਤੇ ਮੱਥਾ ਟੇਕ ਕੇ ਪ੍ਰੇਮ ਨਾਲ ਪਾਸ ਬੈਠ ਗਏ। ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਸਾਡੇ ਪੀਣ ਵਾਸਤੇ ਠੰਡਾ ਜਲ ਲਿਆਓ। ਗੋਂਦੇ ਨੇ ਕਿਹਾ, ਮਹਾਰਾਜ, ਇੱਥੇ ਜੋ ਖੂਹ ਹੈ ਉਸ ਦਾ ਜਲ ਖਾਰਾ ਹੈ, ਉਸ ਵਿੱਚ ਬਹੁਤ ਕੱਖ ਕਾਨੇ ਪਏ ਹੋਏ ਹਨ। ਇਸ ਦਾ ਪਾਣੀ ਸਾਡੇ ਪਿੰਡ ਵਾਲੇ ਨਹੀਂ ਪੀਂਦੇ। ਜੇ ਆਪ ਹੁਕਮ ਕਰੋ ਤਾਂ ਇੱਥੋਂ ਦੂਰ ਇੱਕ ਖੂਹ ਹੈ, ਉਸ ਦਾ ਪਾਣੀ ਲੈ ਆਈਏ। ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਇਸ ਖੂਹ ਵਿੱਚੋਂ ਕੱਖ ਕਾਣ ਕਢਵਾ ਕੇ ਇਸ ਨੂੰ ਪੱਕਾ ਕਰ ਦਿਓ। ਇਸ ਦਾ ਪਾਣੀ ਖਾਰਾ ਨਹੀਂ ਰਹੇਗਾ, ਮਿੱਠਾ ਹੋ ਜਾਵੇਗਾ। ਫਿਰ ਪਿੰਡ ਵਾਸੀਆਂ ਨੂੰ ਦੂਰ ਖੂਹ ਤੋਂ ਪਾਣੀ ਲੈਣ ਨਹੀਂ ਜਾਣਾ ਪਵੇਗਾ। ਇਸ ਖੂਹ ਤੋਂ ਹੀ ਪਾਣੀ ਪੀਆ ਕਰਨਾ। ਪਹਿਲਾਂ ਹੁਣ ਹੀ ਤੁਸੀਂ ਸਾਡੇ ਪੀਣ ਵਾਸਤੇ ਇਸ ਵਿੱਚੋਂ ਪਾਣੀ ਲਿਆਵੋ ਤੇ ਵਾਹਿਗੁਰੂ ਉਚਾਰਨ ਕਰਕੇ ਪਿਆਵੋ। ਇਹ ਖਾਰਾ ਨਹੀਂ ਰਹੇਗਾ।
ਗੁਰੂ ਜੀ ਦਾ ਬਚਨ ਮੰਨ ਕੇ ਗੋਂਦਾ ਜਦ ਪਾਣੀ ਲਿਆਇਆ ਤਾਂ ਉਸਨੂੰ ਮਿੱਠਾ ਤੇ ਠੰਡਾ ਵੇਖ ਕੇ ਬੜਾ ਹੈਰਾਨ ਹੋਇਆ। ਗੁਰੂ ਜੀ ਨੇ ਜਲ ਛਕ ਕੇ ਵਚਨ ਕੀਤਾ, ਇਹ ਜਲ ਬਹੁਤ ਸੁੰਦਰ ਤੇ ਮਿੱਠਾ ਹੈ। ਅੱਜ ਤੋਂ ਇਹ ਖੂਹ ਗੁਰੂ ਕਾ ਖੂਹ ਅਖਵਾਏਗਾ। 9 ਖੂਹ ਇੱਥੇ ਹੋਰ ਲੱਗਣਗੇ, ਉਹ ਠੀਕ ਲੱਗਣਗੇ, ਪਰ ਜੇ ਕੋਈ ਹੋਰ 10ਵਾਂ ਲਗਵਾਏਗਾ ਤਾਂ ਉਹ ਢਹਿ ਜਾਵੇਗਾ, ਸਿਰੇ ਨਹੀਂ ਚੜ੍ਹੇਗਾ। ਸੋ ਅੱਜ ਤੱਕ ਇਸ ਪਿੰਡ ਵਿੱਚ 10 ਖੂਹ ਹੀ ਹਨ, 11ਵਾਂ ਨਹੀਂ ਹੋਇਆ। ਜਦ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਬਚਨ ਨਾਲ ਖੂਹ ਦਾ ਜਲ ਮਿੱਠਾ ਹੋਇਆ ਹੈ, ਤਾਂ ਸਾਰੇ ਬੜੀ ਸ਼ਰਧਾ ਨਾਲ ਭੇਟਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ। 2 ਦਿਨ ਗੁਰੂ ਜੀ ਇੱਥੇ ਠਹਿਰ ਕੇ ਲੋਕਾਂ ਨੂੰ ਸਤਿਨਾਮ ਦਾ ਉਪਦੇਸ਼ ਦਿੰਦੇ ਰਹੇ। ਗਾਉਂਦੇ ਨੇ ਗੁਰੂ ਜੀ ਦੀ ਸੇਵਾ ਸ਼ਰਧਾ ਨਾਲ ਚੰਗੀ ਤਰ੍ਹਾਂ ਨਾਲ ਕੀਤੀ। ਹੋਰ ਸਿੱਖ ਜਿਸ ਨੇ ਜਥਾ ਸ਼ਕਤੀ ਸ਼ਰਧਾ ਨਾਲ ਸੇਵਾ ਕੀਤੀ, ਗੁਰੂ ਜੀ ਨੇ ਉਸਨੂੰ ਪਿੰਡ ਦੀ ਚੌਥਰਤਾ ਬਖਸ਼ ਕੇ ਮੁਖੀ ਹੋਣ ਦਾ ਵਾਕ ਕਰ ਦਿੱਤਾ। ਜਦ ਗਾਉਂਦੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਪਿੰਡ ਦਾ ਚੌਧਰੀ ਮੈਂ ਹਾਂ, ਇਹ ਸਦਾ ਸਾਡੇ ਘਰ ਹੀ ਰਹੀ ਹੈ, ਤੁਸੀਂ ਹੋਰ ਦੂਸਰੇ ਨੂੰ ਕਿਉਂ ਵਾਕ ਕਰ ਦਿੱਤਾ ਹੈ? ਗੁਰੂ ਜੀ ਨੇ ਕਿਹਾ, ਗਾਉਂਦੇ, ਪਹਿਲਾਂ ਤੂੰ ਠੀਕ ਹੀ ਚੌਧਰੀ ਸੀ, ਪਰ ਹੁਣ ਤੁਹਾਡੇ ਘਰ ਦਾ ਕੋਈ ਰਹਿਣਾ ਹੀ ਨਹੀਂ ਹੈ, ਇਸ ਕਰਕੇ ਚੌਧਰਤਾ ਹੋਰਾਂ ਨੂੰ ਦੇ ਦਿੱਤੀ ਹੈ। ਇੱਥੋਂ ਚੱਲ ਕੇ ਗੁਰੂ ਜੀ ਨੇ ਸ਼ੇਖੋਂ ਪਿੰਡ ਤੋਂ ਬਾਹਰ ਜਲ ਦੇ ਕਿਨਾਰੇ ਛਾਇਆ ਹੇਠ ਜਾ ਡੇਰਾ ਕੀਤਾ।